Hello student, I am Dalwar Singh from Government ITI ਮੇਰਜਨ ਜਲੰਧਰ। ਅੱਜ ਦਾ ਮੇਰਾ ਵਿਸ਼ਾ ਹੈ ਟੇਪਰ ਟਰਨਿੰਗ ਬਾਈ ਟੇਪਰ ਟਰਨਿੰਗ ਅਟੈਚਮੈਂਟ। ਟੇਪਰ ਟਰਨਿੰਗ ਅਟੈਚਮੈਂਟ ਦੁਆਰਾ ਟੇਪਰ ਕਿਵੇਂ ਕੱਟੀ ਜਾਂਦੀ ਆ ਉਹਦੇ ਬਾਰੇ ਗੱਲ ਕਰਾਂਗਾ ਮੈਂ ਅੱਜ ਤੁਹਾਡੇ ਨਾਲ। ਇਸ ਦੇ ਵਿੱਚ ਟੇਪਰ ਟਰਨਿੰਗ ਅਟੈਚਮੈਂਟ ਦੇ ਬਾਰੇ ਗੱਲ ਕਰਾਂਗਾ, ਉਹਦੇ ਐਡਵਾਂਟੇਜ ਦਾ ਗੱਲ ਕਰਾਂਗੇ, ਫਾਇਦਿਆਂ ਦੀ ਗੱਲ ਕਰਾਂਗੇ, ਇਹਦੇ ਡਿਸਐਡਵਾਂਟੇਜ ਦੀ, ਨੁਕਸਾਨ ਦੀ ਗੱਲ ਕਰਾਂਗੇ। ਸੋ ਇਹਦੀ ਕੈਲਕੂਲੇਸ਼ਨ ਕਿਵੇਂ ਕਰਦੇ ਆ ਇਹਦੇ ਤੇ ਟੇਪਰ ਕੱਟਣ ਲਈ, ਉਸ ਕੈਲਕੂਲੇਸ਼ਨ ਦੇ ਬਾਰੇ ਤੁਹਾਨੂੰ ਮੈਂ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਸਮਝਾਊਂਗਾ। ਟੇਪਰ ਟਰਨਿੰਗ ਬਾਈ ਟੇਪਰ ਟਰਨਿੰਗ ਅਟੈਚਮੈਂਟ। ਟੇਪਰ ਟਰਨਿੰਗ ਅਟੈਚਮੈਂਟ ਦੁਆਰਾ ਕਿਵੇਂ ਕੀਤੀ ਜਾਂਦੀ ਆ। ਦਿਸ ਅਟੈਚਮੈਂਟ ਇਜ਼ ਪ੍ਰੋਵਾਈਡਡ ਔਨ ਫਿਊ ਲੇਸ। ਇਹ ਜਿਹੜੀ ਆ ਅਟੈਚਮੈਂਟ ਇਹ ਕੁਝ ਲੇਥਾਂ ਦੇ ਉੱਪਰ ਪ੍ਰੋਵਾਈਡ ਕੀਤੀ ਹੁੰਦੀ ਆ, ਜਿੱਥੇ ਜੌਬ ਜਿਹੜੀ ਆ ਪੈਰਲਰ ਦੇ ਵਿੱਚ ਬੰਨੀ ਜਾਂਦੀ ਆ, ਧੁਰਿਆਂ ਦੇ ਸਮਾਨਾਂਤਰ ਬੰਨੀ ਜਾਂਦੀ ਆ ਜਿਹੜਾ ਲੇਥ ਦਾ ਆ, ਤੇ ਜਿਹੜਾ ਟੂਲ ਆ ਉਹ ਕਿਸੇ ਐਂਗਲ ਤੇ ਚੱਲਦਾ ਆ, ਉਸ ਜੌਬ ਤੇ ਕਿਸੇ ਐਂਗਲ ਤੇ ਚੱਲੇਗਾ ਔਰ ਉਹਨੂੰ ਗਾਈਡ ਕਰੇਗਾ। ਜਿਹੜੀ ਸਾਡੀ ਅਟੈਚਮੈਂਟ ਵਾ ਉਹ ਉਹਨੂੰ ਗਾਈਡ ਕਰਦੀ ਆ। ਹੁਣ ਇਹਦੇ ਵਿੱਚ ਮੈਂ ਇੱਕ ਅਟੈਚਮੈਂਟ ਦਿਖਾਈ ਹੋਈ ਆ ਤੁਹਾਨੂੰ ਕਿ ਇਹ ਅਟੈਚਮੈਂਟ ਜਿਹੜੀ ਆ ਫਿੱਟ ਵਾ, ਇਹ ਅਟੈਚਮੈਂਟ ਲੱਗੀ ਹੋਈ ਆ ਲੇਥ ਦੇ ਨਾਲ, ਕਿਉਂਕਿ ਬੈਕ ਸਾਈਡ ਤੇ ਲੱਗਦੀ ਆ। ਇਹ ਜਦੋਂ ਅਸੀਂ ਫਿੱਟ ਕਰਨੀ ਆ ਉਦੋਂ ਕੀ ਹੁੰਦਾ ਆ ਕਿ ਅਸੀਂ ਜਿਹੜਾ ਇਹਦਾ ਸਕਰੀਊ ਹੈਗਾ ਸਾਡਾ, ਜਿੱਤੋਂ ਅਸੀਂ ਕ੍ਰੋਸ ਫੀਡ ਦਿੰਨੇ ਆ, ਉਹ ਅਸੀਂ ਵਿੱਚੋਂ ਕੱਢ ਲੈਂਦੇ ਆ। ਉਹ ਕੱਢਣ ਤੋਂ ਬਾਅਦ ਜਿਹੜੀ ਸਾਡੀ ਕ੍ਰੋਸ ਫੀਡ ਵਾ ਉਹਦੀ ਅਟੈਚਮੈਂਟ ਸਾਡੀ ਜਿਹੜੀ ਹੈਗੀ ਆ ਉਹ ਇਸ ਅਟੈਚਮੈਂਟ ਦੇ ਨਾਲ ਹੋ ਜਾਂਦੀ ਆ, ਅਟੈਚਮੈਂਟ ਦੇ ਨਾਲ ਹੋ ਜਾਂਦੀ ਆ। ਸੋ ਉਸ ਜਿੰਨੇ ਤੇ ਇਹ ਅਟੈਚਮੈਂਟ ਜਿਹੜੀ ਆ ਉਹ ਬੰਨੀ ਹੁੰਦੀ ਆ, ਜਿੰਨੇ ਡਿਗਰੀ ਤੇ ਉੱਥੇ ਉਸ ਡਿਗਰੀ ਤੇ ਜਿਹੜੀ ਆ ਸਾਡਾ ਟੂਲ ਜਿਹੜਾ ਆ ਉਹ ਚੱਲਦਾ ਰਹਿੰਦਾ ਆ। ਸੋ ਇੱਥੇ ਜਿਹੜੀ ਆ ਇੱਥੇ ਡਿਗਰੀਆਂ ਦੇ ਨਿਸ਼ਾਨ ਲੱਗੇ ਹੁੰਦੇ ਆ, ਇੱਥੇ ਡਿਗਰੀਆਂ ਦੇ ਨਿਸ਼ਾਨ ਹੁੰਦੇ ਆ। ਜਿੱਥੇ ਬੋਲਟ ਇੱਕ ਲੱਗਾ ਹੁੰਦਾ, ਬੋਲਟ ਨੂੰ ਲੂਜ ਕਰਕੇ ਅਸੀਂ ਇਸ ਨੂੰ ਕਿਸੇ ਡਿਗਰੀ ਤੇ ਜਿਹੜੇ ਆ ਉਹ ਕਰ ਸਕਦੇ ਆ, ਇਸ ਨੂੰ ਇਹ ਡਿਗਰੀ ਜਿਹੜੀ ਆ ਉਹ ਘੁਮਾ ਸਕਦੇ, ਸੈੱਟ ਕਰ ਸਕਦੇ। ਫਿਰ ਜਦੋਂ ਇਹ ਸਾਡਾ ਜਿਹੜਾ ਬਲੌਕ ਲੱਗਾ ਹੋਇਆ ਆ, ਇਹ ਉੱਪਰ ਜਿਹੜਾ ਉੱਪਰਲੇ ਦੇ ਵਿੱਚ ਸਲੋਟ ਦੇ ਵਿੱਚ ਟਾਈਟ ਕੀਤਾ ਹੋਇਆ, ਸੋ ਇਹ ਕੀ ਕਰਦਾ ਆ, ਗਾਈਡ ਜਿਹੜਾ ਬਲੌਕ ਆ ਜਿੱਧਰ ਨੂੰ ਚੱਲਦਾ ਆ ਉਸ ਉਧਰਲੇ ਪਾਸੇ ਨੂੰ ਹੀ ਜਿਹੜਾ ਸਾਡਾ ਕੈਰੇਜ ਹੈਗਾ ਉੱਪਰ, ਜਿਹੜੀ ਕ੍ਰੋਸ ਸਲਾਈਡ ਹੈਗੀ ਆ, ਉਹਨੂੰ ਉੱਧਰਲੀ ਸਾਈਡ ਨੂੰ ਲੈ ਕੇ ਟੂਲ ਨੂੰ ਚੱਲਦਾ, ਕਿਉਂਕਿ ਟੂਲ ਉੱਪਰ ਟੂਲ ਪੋਸਟ ਦੇ ਵੱਜਾ ਆ। ਸੋ ਜਿਹੜੇ ਅਸੀਂ ਕ੍ਰੋਸ ਫੀਡ ਜਿਹੜੀ ਦਿੰਨੇ ਆ ਉਹ ਇਹਦੇ ਨਾਲ ਇਹ ਗਾਈਡ ਕਰਦਾ ਆ, ਤੇ ਸਾਨੂੰ ਜਿਹੜੀ ਆ ਉਹ ਟੇਪਰ ਜਿਹੜੀ ਆ ਉਹ ਮਿਲ ਜਾਂਦੀ ਆ। ਕਿਸੇ ਜੌਬ ਦੇ ਉੱਪਰ ਜਿਹੜੀ ਆ ਉਹ ਟੇਪਰ ਅਸੀਂ ਕੱਟ ਸਕਦੇ ਆ। ਹੁਣ ਗੱਲ ਆ ਗਈ ਕਿ ਜੇ ਅਸੀਂ ਕ੍ਰੋਸ ਫੀਡ ਤਾਂ ਇਹਦੇ ਨਾਲ ਅਟੈਚ ਕਰ ਦਿੱਤੀ ਸਾਡੀ, ਤਾਂ ਜੇ ਅਸੀਂ ਜਿਹੜੀ ਟੇਪਰ ਆ ਉਹਦਾ ਕੱਟ ਦੀ ਗਹਿਰਾਈ ਕਰਨੀ ਹੋਵੇ, ਕਿਉਂਕਿ ਇੱਕ ਵਾਰ 'ਚ ਤਾਂ ਟੇਪਰ ਸਾਡੀ ਕੱਟੀ ਨਹੀਂ ਜਾਏਗੀ, ਪਹਿਲਾਂ ਅਸੀਂ ਥੋੜ੍ਹੀ ਕੱਟਾਂਗੇ, ਫਿਰ ਅੱਗੇ ਤੋਂ ਅੱਗੇ ਕੱਟ ਲਾਉਂਦੇ ਜਾਵਾਂਗੇ। ਸੋ ਉਸ ਹਾਲਤ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇਹ ਜਿਹੜੀ ਸਾਡੀ ਟੌਪ ਸਲਾਈਡ ਵਾ, ਇਹ ਉੱਪਰ ਇੱਕ ਟੌਪ ਸਲਾਈਡ ਵਾ, ਇਹਨੂੰ ਅਸੀਂ, ਕਿਉਂਕਿ ਸਵਿਬਲ ਬੇਸ ਹੁੰਦਾ ਤੁਹਾਨੂੰ ਪਤਾ, ਉੱਤੇ ਡਿਗਰੀਆਂ ਦੇ ਨਿਸ਼ਾਨ ਲੱਗੇ ਹੁੰਦੇ ਜਿੱਥੇ ਅਸੀਂ ਇਹਦੇ ਨਾਲ ਵੀ ਜਦੋਂ ਅਸੀਂ ਟੇਪਰ ਕੱਟਦੇ ਇੱਕ ਮੈਥਡ ਹੈਗਾ ਸਾਡੇ ਕੋਲ, ਸੋ ਉੱਥੋਂ ਅਸੀਂ ਲੂਜ਼ ਕਰਕੇ ਇਹਨੂੰ ਘੁਮਾ ਕੇ ਅਸੀਂ ਬਿਲਕੁਲ ਸਿੱਧਾ ਜਿਹੜਾ ਆ ਇਹਦੇ ਲੈ ਜੰਨੇ ਆ ਕ੍ਰੋਸ ਸਲਾਈਡ ਜਿੱਥੇ ਕੰਮ ਸਾਡੀ ਕਰਦੀ ਸੀ। ਇਹ ਸਾਡੀ ਜਿਹੜੀ ਆ ਉਹ ਕ੍ਰੋਸ ਫੀਡ ਜਿਹੜੀ ਆ ਸਾਡਾ, ਇਹ ਸਾਡੀ ਟੌਪ ਸਲਾਈਡ ਆ ਉਹ ਕੰਮ ਕਰਦੀ ਆ। ਸੋ ਇਹ ਇੱਥੋਂ ਅਸੀਂ ਕੀ ਕਰਨਾ ਆ, ਇੱਥੋਂ ਫਿਰ ਟੂਲ ਨੂੰ ਗਹਿਰਾਈ ਦੇਣੀ ਆ, ਤੇ ਟੂਲ ਨਾਲ ਜਿਹੜਾ ਚੱਲਣਾ ਆ ਉੱਦਾਂ ਗਾਈਡ ਟੇਪਰ ਦੀ ਕਰਨੀ ਆ, ਉਹ ਸਾਡੀ ਟੇਪਰ ਟਰਨਿੰਗ ਅਟੈਚਮੈਂਟ ਨਾਲ ਕਰਨੀ ਹੈਗੀ ਆ। ਨੈਕਸਟ ਇਹ ਮੈਂ ਦਿਖਾਈ ਹੋਈ ਆ ਕਿ ਇਹਦੀ ਡਾਇਗਰਾਮ ਇੱਕ ਦਿਖਾਈ ਹੋਈ ਆ ਕਿ ਕਿਵੇਂ ਇਹ ਸਾਡੇ ਕੋਲ ਬਣੀ ਹੋਈ ਆ। ਇਹ ਟੇਪਰ ਦੇ ਵਿੱਚ
ਬਣੀ ਹੋਈ ਆ, ਕਿਉਂਕਿ ਇਹ ਤੇ ਬਲੌਕ ਲੱਗਾ ਹੋਇਆ। ਸੋ ਇਹ ਟੇਪਰ ਦੇ ਵਿੱਚ ਇਹ ਧੁਰਾ ਆ ਜੋਬ ਦਾ। ਸੋ ਇਸ ਦੇ ਇਹ ਧੁਰੇ ਦੇ ਬਿਲਕੁਲ ਕਿਸੇ ਐਂਗਲ ਤੇ ਇਹ ਚੱਲਦੀ ਪਈ ਆ। ਸੋ ਜਿੱਦਾਂ ਜਿੱਦਾਂ ਇਹ ਐਂਗਲ ਤੇ ਜਿਸ ਤੇ ਚੱਲੇਗੀ, ਜਦੋਂ ਅਸੀਂ ਲੌਂਗੀਟਿਊਡਨਲ ਫੀਡ ਦੇਣੀ ਆ, ਜਿੱਦਾਂ ਜਿੱਦਾਂ ਇਹ ਚੱਲੇਗੀ ਉੱਦਾਂ ਉੱਦਾਂ ਟੂਲ ਸਾਡਾ ਜਿਹੜਾ ਆ ਉਹ ਉਸ ਐਂਗਲ ਤੇ ਚੱਲਦਾ ਜਾਏਗਾ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਆ ਉਹ ਕੰਮ ਕਰਦੀ ਹੈਗੀ ਆ ਸਾਡੀ ਟੇਪਰ ਟਰਨਿੰਗ ਅਟੈਚਮੈਂਟ। ਇੱਥੇ ਜਿਹੜੇ ਆ ਡਿਗਰੀਆਂ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਲੱਗੇ ਹੋਏ ਆ। ਇਹ ਇੱਥੇ ਡਿਗਰੀਆਂ ਦੇ ਨਿਸ਼ਾਨ ਲੱਗੇ ਆ। ਇੱਥੇ ਅਸੀਂ ਜਿਸ ਡਿਗਰੀ ਦੀ ਅਸੀਂ ਟੇਪਰ ਕੱਟਣੀ ਆ ਉਸ ਡਿਗਰੀ ਦੀ ਜਿਹੜੀ ਆ ਇੱਥੇ ਟੇਪਰ ਅਸੀਂ ਕੱਟ ਸਕਦੇ ਆ। ਲਗਭਗ ਜਿਹੜੀ ਆ 16 ਡਿਗਰੀ ਤੱਕ ਅਸੀਂ ਜਿਹੜੀ ਆ ਲਿਜਾ ਸਕਦੇ ਆ। 16 ਡਿਗਰੀ ਤੋਂ ਜਿਹੜੀ ਆ ਉੱਪਰ ਨਹੀਂ ਇਹਦੀ ਟੇਪਰ ਕੱਟ ਸਕਦੇ। 16 ਡਿਗਰੀ ਤੋਂ ਥੱਲੇ ਥੱਲੇ ਅਸੀਂ ਜਿਹੜੀ ਆ ਇਹਦੇ ਨਾਲ ਟੇਪਰ ਜਿਹੜੀ ਕੱਟ ਸਕਦੇ ਆ। ਇੱਥੇ ਸਾਡੀ ਇਹ ਜੌਬ ਵੱਜੀ ਹੋਈ ਆ ਜਿਹਦੇ ਤੇ ਟੇਪਰ ਕੱਟਣੀ ਆ, ਕਿਉਂਕਿ ਇਹ ਜੌਬ ਜਿਹੜੀ ਆ ਚੱਕ ਦੇ ਵਿੱਚ ਵੀ ਬੰਨ੍ਹ ਸਕਦੇ ਆ ਅਸੀਂ। ਜਿਹੜੀ ਜੌਬ ਹੈਗੀ ਆ ਉਹ ਸੈਂਟਰੋ ਸੈਂਟਰੀ ਵੀ ਬੰਨ੍ਹ ਸਕਦੇ ਆ। ਨੈਕਸਟ ਆ ਗਿਆ ਹੁਣ ਇਸ ਟੇਪਰ ਦੇ ਨਾਲ ਸਾਨੂੰ ਐਡਵਾਂਟੇਜ ਕੀ ਆ, ਯਾਨੀ ਕਿ ਫਾਇਦੇ ਕੀ ਆ, ਕਿਉਂਕਿ ਹਰੇਕ ਚੀਜ਼ ਦੇ ਫਾਇਦੇ ਵੀ ਹੁੰਦੇ ਆ, ਕੁਝ ਨੁਕਸਾਨ ਵੀ ਹੁੰਦੇ ਆ। ਸੋ ਇਸ ਟੇਪਰ ਦੇ ਨਾਲ ਸਾਨੂੰ ਕਿਹੜੇ ਕਿਹੜੇ ਬੈਨੀਫਿਟ ਮਿਲਦੇ ਆ, ਕਿਹੜੇ ਕਿਹੜੇ ਜਿਹੜੇ ਹੈਗੇ ਆ ਟੇਪਰ ਦੇ ਬੈਨੀਫਿਟ ਮਿਲਦੇ ਆ, ਕਿਹੜਾ ਕਿਹੜਾ ਫਾਇਦਾ ਹੁੰਦਾ ਆ। ਇੱਕ ਸਾਨੂੰ ਜਿਹੜਾ ਆ ਕਿ ਅਸੀਂ ਬੋਥ ਇੰਟਰਨਲ ਐਂਡ ਐਕਸਟਰਨਲ ਟੇਪਰ ਕੈਨ ਵੀ ਪ੍ਰੋਡਿਊਸ, ਅਸੀਂ ਅੰਦਰਲੇ ਤੇ ਬਾਹਰਲੀ ਟੇਪਰ ਜਿਹੜੀ ਆ ਇਹਦੇ ਨਾਲ ਕੱਟ ਸਕਦੇ ਆ। ਕਿਵੇਂ ਕੱਟ ਸਕਦੇ ਆ? ਦੇਖੋ ਅੰਦਰਲੀ ਵੀ ਕੱਟ ਸਕਦੇ ਆ, ਕਿਉਂਕਿ ਇੱਥੇ ਜ਼ਰੂਰੀ ਨਹੀਂ ਕਿ ਤੁਸੀਂ ਸੈਂਟਰੋ ਸੈਂਟਰੀ ਜੌਬ ਬੰਨਣੀ ਆ। ਤੁਸੀਂ ਚੱਕ ਦੇ ਵਿੱਚ ਇੱਕ ਸਾਈਡ ਤੋਂ ਜੌਬ ਬੰਨ ਲਈ, ਦੂਸਰੀ ਸਾਈਡ ਸਾਡੇ ਕੋਲ ਓਪਨ ਵਾ, ਤੇ ਉੱਥੇ ਅੰਦਰਲਾ ਜਿਹੜਾ ਅਸੀਂ ਇੰਟਰਨਲ ਬੋਰ ਕੀਤਾ ਆ ਉਹਦੇ ਵਿੱਚ ਵੀ ਟੇਪਰ ਕੱਟ ਸਕਦੇ ਆ। ਸੋ ਬਾਹਰ ਵੀ ਕੱਟ ਸਕਦੇ ਆ ਤੇ ਅੰਦਰ ਵੀ ਟੇਪਰ ਜਿਹੜੀ ਕੱਟ ਸਕਦੇ ਆ। ਹੁਣ ਸੈਕੰਡ ਇਹਦਾ ਫਾਇਦਾ ਜਿਹੜਾ ਹੈਗਾ ਆ ਕਿ ਥ੍ਰੈਡਸ ਔਨ ਬੋਥ ਇੰਟਰਨਲ ਐਂਡ ਐਕਸਟਰਨਲ ਟੇਪਰ ਪੋਰਸ਼ਨ ਕੈਨ ਵੀ ਕੱਟ, ਕਿ ਇਹ ਤੇ ਜਿਹੜੇ ਹੈਗੇ ਆ ਅੰਦਰਲੇ ਤੇ ਬਾਹਰਲੇ ਦੋਵੇਂ ਹੀ ਅਸੀਂ ਟੇਪਰ ਥ੍ਰੈਡ ਵੀ ਕੱਟ ਸਕਦੇ ਆ। ਯਾਨੀ ਕਿ ਟੇਪਰ ਚੂੜੀ ਵੀ ਅਸੀਂ ਇਹਦੇ ਤੇ ਕੱਟ ਸਕਦੇ ਆ, ਅੰਦਰਲੀ ਵੀ ਕੱਟ ਸਕਦੇ ਆ ਤੇ ਬਾਹਰਲੀ ਵੀ ਕੱਟ ਸਕਦੇ ਆ। ਇਹ ਵੀ ਇਹਦਾ ਇੱਕ ਜਿਹੜਾ ਬੈਨੀਫਿਟ ਹੈਗਾ ਆ। ਅਗਲਾ ਫਾਇਦਾ ਜਿਹੜਾ ਹੈਗਾ ਆ ਇਹਦਾ ਪਾਵਰ ਫੀਡ ਕੈਨ ਵੀ ਗਿਵਨ, ਪਾਵਰ ਫੀਡ ਜਿਹੜੀ ਆ ਅਸੀਂ ਇਹਨੂੰ ਦੇ ਸਕਦੇ ਆ। ਪਾਵਰ ਫੀਡ ਦਿੱਤੀ ਜਾ ਸਕਦੀ ਆ ਇਹਦੇ ਨਾਲ। ਜਿਹੜੀ ਅਸੀਂ ਪਾਵਰ ਫੀਡ ਦੇਣੀ ਆ ਉਹ ਆਟੋਮੈਟਿਕ ਜਿਹੜੀ ਆ ਅਸੀਂ ਲਾ ਸਕਦੇ ਹੈਗੇ ਆ। ਅਗਲਾ ਜਿਹੜਾ ਫਾਇਦਾ ਹੈਗਾ ਲੈਂਥੀ ਟੇਪਰ ਕੈਨ ਵੀ ਪ੍ਰੋਡਿਊਸ, ਜਿਹੜੀ ਲੈਂਥੀ ਟੇਪਰ ਵਾ ਯਾਨੀ ਕਿ ਲੰਬੀ ਟੇਪਰ ਹੈਗੀ ਆ, ਜੌਬ ਤੇ ਲੰਬੀ ਟੇਪਰ ਆ, ਉਹ ਅਸੀਂ ਕਰ ਸਕਦੇ। ਲੰਬੀਆਂ ਜੌਬਾਂ ਤੇ ਟੇਪਰ ਕੱਟ ਸਕਦੇ ਆ, ਕਿਉਂਕਿ ਜਿਹੜਾ ਸਾਡਾ ਸਵਿਬਲ ਬੇਸ ਹੈਗਾ ਆ ਉਹਦੇ ਨਾਲ ਅਸੀਂ ਜ਼ਿਆਦਾ ਲੰਬੀ ਜੌਬ ਤੇ ਟੇਪਰ ਨਹੀਂ ਕੱਟ ਸਕਦੇ। ਉੱਤੇ ਐਂਗਲ ਠੀਕ ਆ, ਅਸੀਂ ਜ਼ਿਆਦਾ ਡਿਗਰੀ ਤੱਕ ਕੱਟ ਲੈਂਦੇ ਆ, ਪਰ ਇਹ ਜਿਹੜੀ ਆ ਟੇਪਰ ਇਹਦੇ ਤੇ ਡਿਗਰੀ ਘਟ ਜਾਂਦੀ ਆ, ਬਟ ਜਿਹੜੀ ਆ ਉਹਦੀ ਲੰਬਾਈ ਜਿਹੜੀ ਆ ਜੌਬ ਦੀ ਉਹ ਵੱਧ ਤੱਕ ਅਸੀਂ ਕੱਟ ਸਕਦੇ ਆ। ਗੁੱਡ ਸਰਫੇਸ ਫਿਨਿਸ਼ਿੰਗ ਅਬਟੇਨਡ, ਤੋਂ ਚੰਗੀ ਇੱਕ ਸਰਫੇਸ ਫਿਨਿਸ਼ਿੰਗ ਇਹਦੇ ਨਾਲ ਅਸੀਂ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਅਸੀਂ ਜਿਹੜੀ ਆ ਉਹਨੂੰ ਟੂਲ ਨੂੰ ਜਿਹੜੀ ਆ ਟੇਪਰ ਵਾਲੀ ਫੀਡ ਹੈਗੀ ਆ, ਜਿਹੜਾ ਟੇਪਰ ਤੇ ਜਿਸ ਐਂਗਲ ਤੇ ਕੱਟਣਾ ਉਹਦੇ ਨਾਲ ਟੇਪਰ ਟਰਨਿੰਗ ਅਟੈਚਮੈਂਟ ਦੇ ਨਾਲ ਆਉਂਦੀ ਆ। ਸੋ ਇਸ ਕਰਕੇ ਫਿਨਿਸ਼ਿੰਗ ਜਿਹੜੀ ਆ ਇੱਕ ਅੱਛੀ ਇਹਦੇ ਨਾਲ ਪ੍ਰਾਪਤ ਹੋ ਜਾਂਦੀ ਆ। ਨੈਕਸਟ ਆ ਗਿਆ ਦਾ ਅਲਾਈਨਮੈਂਟ ਆਫ ਲੇਥ ਸੈਂਟਰ ਇਜ਼ ਨੋਟ ਡਿਸਟਰਬ। ਹੁਣ ਇਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੇ ਲੇਥ ਦੇ ਸੈਂਟਰ ਵਾ ਉਹਨਾਂ ਦਾ ਜਿਹੜੀ ਅਲਾਈਨਮੈਂਟ ਆ ਉਹ ਡਿਸਟਰਬ ਨਹੀਂ ਹੁੰਦੇ, ਉਹ ਇੱਕ ਸੇਧ ਦੇ ਵਿੱਚ ਆ ਜਿਹੜਾ ਉਹ ਆਫਸੈਟ ਨਹੀਂ ਹੋ ਜਾਂਦੇ, ਉਹ ਇੱਕ ਦੂਸਰੇ ਦੀ ਲਾਈਨ 'ਚ ਹੀ ਰਹਿੰਦੇ ਆ। ਕਿਉਂਕਿ ਜਿਹੜਾ ਸਾਡੇ ਕੋਲ ਇੱਕ ਆਫਸੈਟ ਮੈਥਡ ਵਾ, ਕਿਉਂਕਿ ਹੋਰ ਤੁਹਾਨੂੰ ਵੀ ਦੱਸਿਆ ਕਿ ਹੋਰ ਸਾਡੇ ਕੋਲ ਮੈਥਡ ਵੀ ਹੈ ਟੇਪਰ ਕੱਟਣ ਦੇ, ਉਹਨਾਂ ਵਿੱਚੋਂ ਹੀ ਇੱਕ ਟੇਪਰ ਕੱਟਣ ਦਾ ਹੈਗਾ ਆ ਟੇਪਰ ਟਰਨਿੰਗ ਅਟੈਚਮੈਂਟ ਦਾ। ਸੋ ਇਸ ਮਾਮਲੇ ਦੇ ਵਿੱਚ ਟੇਪਰ ਟਰਨਿੰਗ ਅਟੈਚਮੈਂਟ ਦੇ ਨਾਲ ਸਾਨੂੰ ਜਿਹੜਾ ਟੇਲ ਸਟੋਕ ਆ ਉਹਨੂੰ ਆਫਸੈਟ ਨਹੀਂ ਕਰਨਾ ਪੈਂਦਾ, ਉਹਨੂੰ ਹਿਲਾਉਣਾ ਨਹੀਂ ਪੈਂਦਾ, ਉਹ ਉਸ ਲਾਈਨ ਦੇ ਵਿੱਚ ਹੀ ਰਹਿੰਦਾ ਆ। ਉਹ ਜਿਹੜਾ ਸਾਡੇ ਹੈਡ ਸਟੋਕ ਆ ਜਿਹੜਾ ਉੱਧਰ ਲੱਗਾ ਆ ਸਾਡਾ ਸੈਂਟਰ, ਉਹਦੇ ਸੈਂਟਰ ਦੀ ਸੇਧ ਦੇ ਵਿੱਚ ਹੀ ਰਹਿੰਦਾ, ਉਹ ਅਲਾਈਨਮੈਂਟ ਦੇ ਵਿੱਚ ਹੀ ਰਹਿੰਦਾ, ਇਸ ਕਰਕੇ ਉਹ ਡਿਸਟਰਬ ਨਹੀਂ ਹੁੰਦਾ। ਨੈਕਸਟ ਆ ਗਿਆ ਇਟ ਇਜ਼ ਮੋਸਟ ਸੂਟੇਬਲ ਫਾਰ ਪ੍ਰੋਡਿਊਸਿੰਗ ਡੁਪਲੀਕੇਟ ਟੇਪਰ। ਇਹ ਜਿਹੜਾ ਆ ਜ਼ਿਆਦਾ ਸੂਟੇਬਲ ਵਾ ਕਿ ਡੁਪਲੀਕੇਟ ਅਸੀਂ ਟੇਪਰ ਜਿਹੜੀ ਆ ਉਹ ਕੱਟਣੀ ਹੋਵੇ। ਬਿਕਾਜ਼ ਦਾ ਚੇਂਜ ਇਨ ਲੈਂਥ ਆਫ ਦਾ ਜੋਬ ਡਜ਼ ਨਾਟ ਅਫੈਕਟ ਦਾ ਟੇਪਰ, ਕਿਉਂਕਿ ਜਿਹੜੀ ਜੋਬ ਦੀ ਲੰਬਾਈ ਆ ਜਾਂ ਉਹਦਾ ਸਾਈਜ਼ ਆ ਉਹਦੇ ਤੇ ਇਫੈਕਟ ਨਹੀਂ ਕੋਈ ਪਾਉਂਦਾ। ਮੰਨ ਲਵੋ ਮੈਂ ਕਿਸੇ ਡਿਗਰੀ ਤੇ ਕਿਸੇ ਤੇ ਜਿਹੜੀ ਆ 10 ਡਿਗਰੀ ਦੀ ਟੇਪਰ ਕਰਨੀ, ਉਹ ਜੋਬ ਚਾਹੇ ਮੇਰੇ ਕੋਲ ਲੰਬੀ ਹੋ ਜਾਵੇ, ਚਾਹੇ ਜੋਬ ਜਿਹੜੀ ਆ ਉਹ ਛੋਟੀ ਹੋ ਜਾਵੇ, ਲੰਬਾਈ 'ਚ ਘੱਟ ਹੋ ਜਾਵੇ, ਚਾਹੇ ਉਹ ਡਾਈ 'ਚ ਉੱਪਰ ਹੋ ਜਾਵੇ, ਪਰ ਉਹ ਜਿਹੜੀ ਵੀ ਜੋਬ ਤੇ ਹੋਏਗਾ, ਜੇ ਮੈਂ ਜਿਹੜੀ ਟੇਪਰ ਟਰਨਿੰਗ ਅਟੈਚਮੈਂਟ ਵਾ ਉਹ 10 ਡਿਗਰੀ ਲਈ ਸੈੱਟ ਕੀਤੀ ਤਾਂ ਸਾਰੀਆਂ ਜੋਬਾਂ ਤੇ ਉਹ ਮੇਰੀ ਜਿਹੜੀ ਆ ਡਿਗਰੀ 10 ਡਿਗਰੀ ਹੀ ਘੱਟ ਹੋਏਗੀ। ਸੋ ਇਸ ਤਰੀਕੇ ਦੇ ਨਾਲ ਉਹਨੂੰ ਪ੍ਰਭਾਵਿਤ ਨਹੀਂ ਕਰਦੀ ਉਹਦੀ ਜੋਬ ਦੀ ਜਿਹੜੀ ਲੈਂਥ ਆ। ਨੈਕਸਟ ਆ ਗਿਆ ਦਾ ਚੇਂਜ ਇਨ ਲੈਂਥ
ਆਫ ਦਾ ਜੋਬ ਡਜ਼ ਨਾਟ ਅਫੈਕਟ ਦਾ ਟੇਪਰ। ਜਿਵੇਂ ਪਹਿਲੇ ਦੱਸ ਦਿੱਤਾ ਮੈਂ ਕਿ ਜਿਹੜੀ ਜੋਬ ਦੀ ਲੈਂਥ ਵਾ ਉਹ ਇਹਦੇ ਤੇ ਪ੍ਰਭਾਵ ਨਹੀਂ ਪਾਉਂਦੀ। ਨੈਕਸਟ ਆ ਗਿਆ ਦਾ ਜੋਬ ਕੈਨ ਵੀ ਹੈਲਡ ਆਈਦਰ ਇਨ ਚੱਕ ਔਰ ਇਨ ਬਿਟਵੀਨ ਸੈਂਟਰ। ਇਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸਿਆ ਕਿ ਇਹਦੇ 'ਚ ਜਿਹੜੀ ਆ ਚੱਕ 'ਚ ਵੀ ਬੰਨ੍ਹ ਸਕਦੇ ਆ ਤੁਸੀਂ, ਸੈਂਟਰੋ ਸੈਂਟਰੀ ਵੀ ਜਿਹੜੀ ਆ ਉਹ ਜੋਬ ਜਿਹੜੀ ਆ ਉਹ ਬੰਨ੍ਹ ਸਕਦੇ ਆ। ਹੁਣ ਜਿੱਥੇ ਸਾਨੂੰ ਇੰਨੇ ਇਹਦੇ ਬੈਨੀਫਿਟ ਵਾ ਉੱਥੇ ਕੋਈ ਨਾ ਕੋਈ ਨੁਕਸਾਨ ਵੀ ਹੁੰਦਾ ਹੋਏਗਾ। ਸੋ ਨੁਕਸਾਨ ਇਹਦਾ ਜਿਹੜਾ ਹੈਗਾ ਆ ਇਹਨੂੰ ਅਸੀਂ ਡਿਸਐਡਵਾਂਟੇਜ ਕਹਿੰਦੇ ਆ। ਤੋ ਇਹ ਓਨਲੀ ਲਿਮਟਡ ਟੇਪਰ ਕੈਨ ਵੀ ਟਰਨ। ਸੋ ਇਹਦੇ ਵਿੱਚ ਇੱਕੋ ਹੀ ਨੁਕਸਾਨ ਵਾ ਕਿ ਅਸੀਂ ਜਿਹੜੀ ਆ ਉਹਦੀ ਡਿਗਰੀ ਹੈਗੀ ਆ, ਉਹਦਾ ਐਂਗਲ ਵਾ ਟੇਪਰ ਦਾ ਉਹ ਲਿਮਟਡ ਵਾ। ਜਿਵੇਂ ਮੈਂ ਤੁਹਾਨੂੰ ਦੱਸਿਆ 16 ਡਿਗਰੀ ਤੱਕ ਇਹ ਸੈੱਟ ਕਰ ਸਕਦੇ। ਜੇ ਸਾਨੂੰ ਕਹੇ ਕੋਈ ਕਿ 40 ਡਿਗਰੀ 'ਤੇ ਕੱਟ ਦਿਓ, 45 'ਤੇ ਕੱਟ ਦਿਓ, 35 'ਤੇ ਕੱਟ ਦਿਓ, ਤਾਂ ਉਹ ਇਹਦੇ ਨਾਲ ਸੰਭਵ ਨਹੀਂ ਆ, ਉਹ ਅਸੰਭਵ ਆ, ਇਹਦੇ ਨਾਲ ਉਹ ਸੰਭਵ ਨਹੀਂ ਆ। ਸੋ ਇਸ ਕਰਕੇ ਉਹ ਟੇਪਰ ਜਿਹੜੀ ਨਹੀਂ ਕੱਟੀ ਜਾ ਸਕਦੀ। ਇੱਕ ਲਿਮਟਡ ਐਂਗਲ ਤੱਕ ਹੀ ਟੇਪਰ ਜਿਹੜੀ ਆ ਉਹ ਕੱਟੀ ਜਾ ਸਕਦੀ ਆ। ਹੁਣ ਨੈਕਸਟ ਆ ਗਿਆ ਕਿ ਜਿਹੜੀ ਅਸੀਂ ਟੇਪਰ ਕੱਟਣੀ ਆ। ਦੇਖੋ ਆਪਾਂ ਨੂੰ ਜੋਬ ਦੇ ਦਿੱਤੀ, ਜੋਬ ਦਾ ਤੁਸੀਂ ਸਾਈਜ਼ ਉੱਪਰੋਂ ਮਾਪ ਲਿਆ। ਕਈ ਵਾਰੀ ਤਾਂ ਹੁੰਦਾ ਆ ਸਾਨੂੰ ਨਾਲ ਡਿਗਰੀ ਦਿੱਤੀ ਹੋਈ ਆ ਕਿ ਇੰਨੇ ਡਿਗਰੀ ਦੀ ਇਹਦੀ ਟੇਪਰ, ਕਈ ਵਾਰੀ ਸਾਨੂੰ ਆਪ ਕੱਢਣੀ ਪੈਂਦੀ ਆ। ਸੋ ਜੋਬ ਦੇਤੀ ਆ, ਤੁਸੀਂ ਡਾਇਆਮੀਟਰ ਮਾਪੋਗੇ ਉਹਦਾ। ਹੁਣ ਟੇਪਰ ਤਾਂ ਉੱਪਰ ਹੋਏਗੀ ਨਹੀਂ, ਉਹ ਤਾਂ ਮਾਪਾਂਗੇ ਜਾਂ ਚੈੱਕ ਕਰਾਂਗੇ ਫਿਰ। ਪਰ ਉਹਦੇ 'ਚ ਕੱਢਣ ਦਾ ਕੀ ਤਰੀਕਾ ਆ, ਉਸ ਟੇਪਰ ਕੈਲਕੂਲੇਸ਼ਨ ਕੱਢਣ ਦਾ ਤਰੀਕਾ ਕੀ ਆ ਕਿ ਕਿੰਨੇ ਡਿਗਰੀ 'ਤੇ ਤੁਸੀਂ ਅਟੈਚਮੈਂਟ ਜਿਹੜੀ ਆ ਉਹ ਸੈੱਟ ਕਰੋਗੇ। ਸੋ ਉਹਦਾ ਜਿਹੜਾ ਫਾਰਮੂਲਾ ਹੈਗਾ ਟੈਨ ਥੀਟਾ ਕੱਢਣ ਦਾ ਆ, ਵੱਡਾ ਡਾਇਆਮੀਟਰ ਮਾਈਨਸ ਛੋਟਾ ਡਾਇਆਮੀਟਰ ਵਟਾ 2L। ਜਿਹੜਾ ਹੁਣ ਵੱਡਾ ਡਾਇਆਮੀਟਰ ਵਾ ਉਹ ਜੇ ਮੈਂ ਇੱਥੇ ਤੁਹਾਨੂੰ ਦੱਸਾਂ ਕਿ ਇੱਕ ਮੇਰੇ ਕੋਲ ਜੋਬ ਆ, ਇਹ ਮੈਂ ਜੋਬ ਆ, ਇਹ ਟੇਪਰ ਵਾ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਵੱਡਾ ਡੀ ਆ ਇੱਧਰਲਾ, ਇਹ ਜਿਹੜਾ ਆ ਛੋਟਾ ਡੀ ਆ। ਸੋ ਇਹ ਜਿਹੜਾ ਆ ਇਹ ਮੇਰੇ ਕੋ ਛੋਟਾ ਡੀ ਹੈਗਾ। ਇਹ ਜਿਹੜੀ ਆ ਇਹ ਟੇਪਰ ਜੋਬ ਜਿਹੜੀ ਹੈਗੀ ਆ ਇਹਦੀ ਲੈਂਥ ਵਾ ਟੇਪਰ ਦੀ। ਅਸੀਂ ਇੱਥੇ ਟੇਪਰ ਦੀ ਲੈਂਥ ਕਿੰਨੀ ਆ ਉਹਦੇ ਹਿਸਾਬ ਨਾਲ ਅਸੀਂ ਕੈਲਕੂਲੇਸ਼ਨ ਕਰਦੇ ਹਾਂ। ਇਹ ਸਾਡੇ ਕੋਲ ਇਹਦੀ ਡਿਮੈਂਸ਼ਨ ਆ ਗਈ, ਇਹ ਵੱਡਾ ਡਾਇਆਮੀਟਰ ਆ ਗਿਆ, ਇਹ ਛੋਟਾ ਡਾਇਆਮੀਟਰ ਆ ਗਿਆ, ਇਹ ਉਹਦੀ ਲੈਂਥ ਆ ਗਈ। ਯਾਨੀ ਕਿ ਡੀ ਜਿਹੜਾ ਵੱਡਾ ਡਾਇਆਮੀਟਰ ਆ, ਛੋਟਾ ਡੀ ਜਿਹੜਾ ਸਮਾਲ ਡਾਇਆਮੀਟਰ ਵਾ, ਐਲ ਜਿਹੜਾ ਆ ਉਹ ਲੈਂਥ ਆਫ ਟੇਪਰ ਵਾ। ਇਹ ਅਸੀਂ ਫਾਰਮੂਲਾ ਲਾ ਕੇ ਅਸੀਂ ਕੈਲਕੂਲੇਸ਼ਨ ਕਰ ਸਕਦੇ ਹਾਂ। ਵੱਡਾ ਡਾਇਆਮੀਟਰ ਮਾਈਨਸ ਛੋਟਾ ਡਾਇਆਮੀਟਰ ਬਟਾ 2L, ਯਾਨੀ ਕਿ ਜਿੰਨੀ ਲੰਬਾਈ ਆ ਉਹਦਾ ਡਬਲ ਕਰਕੇ ਅਸੀਂ ਦੋਵਾਂ ਡਾਇਆਂ ਦੇ ਡਿਫਰੈਂਸ ਨੂੰ ਉਸ 'ਤੇ ਡਿਵਾਈਡ ਕਰ ਜਾਣਾ। ਉਹ ਸਾਡੇ ਕੋਲ ਟੈਨ ਥੀਟੇ ਦੀ ਜਿਹੜੀ ਆ ਉਹ ਵੈਲਿਊ ਆ ਜਾਏਗੀ। ਹੁਣ ਇੱਕ ਮੈਂ ਐਗਜ਼ਾਮਪਲ ਜਿਹੜੀ ਲਈ ਹੋਈ ਆ, ਇਹ ਮੇਰੀ ਸਪੋਜ਼ ਕਰੋ ਇੱਕ ਜੋਬ ਆ ਜਿਹਦਾ ਵੱਡਾ ਡਾਇਆਮੀਟਰ ਜਿਹੜਾ 40 ਹੈਗਾ ਆ, ਛੋਟਾ ਡਾਇਆਮੀਟਰ ਜਿਹੜਾ ਆ ਉਹਦਾ ਮੇਰੇ ਕੋਲ 20 ਹੈਗੀ ਆ। ਸੋ ਲੈਂਥ ਜਿਹੜੀ ਆ ਇਹ ਮੇਰੇ ਕੋਲ ਉਹ ਹੈਗੀ ਆ 250, ਉਹ ਹੈਗੀ ਆ ਮੇਰੇ ਕੋਲ 250। ਸੋ ਇਹਦੀ ਕੈਲਕੂਲੇਸ਼ਨ ਜਿਹੜੀ ਆ ਮੈਂ ਉਹ ਕੀਤੀ ਹੋਈ ਆ। ਇਹ ਕੈਲਕੂਲੇਸ਼ਨ ਆਪਾਂ ਕਿਵੇਂ ਕਰਨੀ ਆ, ਦੇਖੋ ਵੱਡਾ ਡਾਇਆਮੀਟਰ 40 mm ਆ ਤੇ ਛੋਟਾ ਡਾਇਆਮੀਟਰ 20 mm ਆ। ਸੋ ਲੈਂਥ ਜਿਹੜੀ ਆ ਇਹਦੀ 250 ਹੈਗੀ ਆ। ਇਹਦੀ ਹੁਣ ਮੈਂ ਜਦੋਂ ਕੈਲਕੂਲੇਸ਼ਨ ਕਰੂੰਗਾ ਕੀ ਆ, ਹੁਣ ਮੈਂ 40 ਵਿੱਚੋਂ 20 ਘਟਾ ਦਊਂਗਾ ਕਿਉਂਕਿ ਵੱਡਾ ਡਾਇਆਮੀਟਰ ਕਿੰਨਾ ਸੀ 40, ਛੋਟਾ ਡਾਇਆਮੀਟਰ ਕਿੰਨਾ ਸੀ 20। ਹੁਣ ਇਹ ਘਟਾ ਕੇ ਮੇਰੇ ਕੋਲ 20 ਆ ਜਾਏਗਾ। ਜਦੋਂ 20 ਆ ਗਿਆ ਫਿਰ ਮੈਂ ਆ ਜਿਹੜਾ ਸੀ ਲੰਬਾਈ ਉਹਨੂੰ 2 ਦੇ ਨਾਲ ਮਲਟੀਪਲਾਈ ਕਰ ਦੂੰਗਾ ਕਿਉਂਕਿ 2L ਆ, ਮੈਂ ਤੁਹਾਨੂੰ ਦੱਸਿਆ ਉਹਦੇ ਜਿੰਨੀ ਲੈਂਥ ਆ ਉਹਦਾ 2 ਡਬਲ ਕਰ ਲੈਣਾ। ਸੋ ਉਹ ਮੇਰਾ 500 ਆ ਜਾਏਗਾ। ਜਦੋਂ ਮੈਂ ਇਹਦੀ ਕੈਲਕੂਲੇਸ਼ਨ ਕਰੂੰਗਾ, ਜਦੋਂ ਮੇਰੀ ਇਹ ਕੈਲਕੂਲੇਸ਼ਨ ਹੋਏਗੀ 20/500 ਤੇ ਇਹ ਕੈਲਕੂਲੇਸ਼ਨ ਕਰਕੇ ਮੇਰੇ ਕੋ ਆ ਜਾਏਗਾ ਆਨਸਰ 0.04। 0.04 ਇਹ ਮੇਰੇ ਕੋ ਕੀ ਆਇਆ, ਇਹ ਟੈਨ ਥੀਟੇ ਦੀ ਵੈਲਿਊ ਆਈ ਆ। ਟੈਨ ਥੀਟੇ ਦੀ ਵੈਲਿਊ ਆ ਗਿਆ। ਹੁਣ ਮੈਂ ਕੀ ਕਰੂੰਗਾ, ਇਹ ਜਿਹੜਾ 0.04 ਵਾ ਇਹਦੀ ਮੈਂ ਟੈਨ ਥੀਟੇ ਦੀ ਵੈਲਿਊ ਦੇਖੂੰਗਾ ਜਿਹੜਾ ਸਾਡੇ ਕੋਲ ਟ੍ਰਿਗਨੋਮੈਟਰੀ ਦਾ ਟੇਬਲ ਹੁੰਦਾ। ਜਿਹੜਾ ਟ੍ਰਿਗਨੋਮੈਟਰੀ ਦਾ ਟੇਬਲ ਵਾ ਉਹਦੇ ਵਿੱਚ ਮੈਂ ਟੈਨ ਦੀ ਵੈਲਿਊ ਦੇਖੂੰਗਾ 0.04 ਦੀ ਹੈ ਕਿੰਨੀ। ਸੋ ਉੱਥੋਂ ਜਦੋਂ ਮੈਂ ਚੈੱਕ ਕਰਦਾ ਆ ਤਾਂ ਮੇਰੇ ਕੋਲ ਇਹ ਵੈਲਿਊ ਆ ਜਾਏਗੀ ਟੈਨ 2.2906 ਡਿਗਰੀ। ਸੋ ਇਹਦਾ ਭਾਵ ਆ ਕਿ 2 ਡਿਗਰੀ ਜਿਹੜੇ ਪੁਆਇੰਟ ਹੈਗੇ 2906 ਵਾ। ਹੁਣ ਦੇਖੋ ਜਿਹੜੀ ਕਿਉਂਕਿ ਜਿਹੜੀ 1 ਡਿਗਰੀ ਹੁੰਦੀ ਆ ਉਹਦੇ ਵਿੱਚ 60 ਮਿੰਟ ਹੁੰਦੇ ਆ।
ਸੋ ਅਸੀਂ ਸਿੱਧੇ ਨਹੀਂ ਕਹਿ ਸਕਦੇ ਕਿ ਇੰਨਾ ਹੈਗਾ ਜਿਹੜਾ 0.29 ਆ ਗਿਆ ਪੁਆਇੰਟ ਆ ਗਏ, ਇਹ ਡਿਗਰੀਆਂ ਦੇ ਵਿੱਚ ਪੁਆਇੰਟ ਵਾ। ਸੋ ਇਹਦੇ ਅਸੀਂ ਅਗਰ ਮਿੰਟ ਬਣਾਉਣੇ ਹੋਣ ਫਿਰ ਮੈਂ ਕੀ ਕਰੂੰਗਾ, 2 ਡਿਗਰੀ ਤਾਂ ਮੇਰੇ ਕੋਲ ਕੰਪਲੀਟ ਆ ਗਏ। ਜਦੋਂ ਮੈਂ ਜਿਹੜੇ 0.29 ਹੈਗਾ ਆ 06 ਇਹਨੂੰ ਮਲਟੀਪਲਾਈ ਕਰੂੰਗਾ 60 ਦੇ ਨਾਲ ਤਾਂ ਮੇਰੇ ਕੋਲ ਲਗਭਗ 17 ਮਿੰਟ ਆਏਗਾ। 17 ਮਿੰਟ ਤੋਂ ਥੋੜ੍ਹਾ ਜਿਹਾ ਉੱਪਰ ਆ ਜਾਏਗਾ। ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹਦੀ ਵੈਲਿਊ ਨਿਕਲੇਗੀ ਉਹ 2 ਡਿਗਰੀ 17 ਮਿੰਟ ਜਿਹੜੀ ਹੈ ਇਹਦੀ ਵੈਲਿਊ ਮੇਰੇ ਕੋਲ ਉਹ ਆ ਜਾਏਗੀ। ਸੋ ਇਸ ਤਰੀਕੇ ਦੇ ਨਾਲ ਜਿਹੜੀ ਆ ਮੈਂ ਆਪਣੀ ਟੇਪਰ ਟਰਨਿੰਗ ਅਟੈਚਮੈਂਟ ਵਾ ਉਹ ਮੈਂ 2 ਡਿਗਰੀ 17 ਮਿੰਟ ਲਈ ਸੈੱਟ ਕਰੂੰਗਾ। ਹੁਣ ਜਦੋਂ ਸੈੱਟ ਕਰ ਦਿੱਤੀ, ਕਿਉਂਕਿ ਇੰਨੀ ਐਕੂਰੇਸੀ 'ਚ ਮਿੰਟਾਂ ਦੇ ਵਿੱਚ ਉਹ ਨਹੀਂ ਹੋਏਗੀ, ਜੋ ਮੈਨੂੰ ਪ੍ਰੋਪਰ ਡਾਏ ਫੇਰ ਨਹੀਂ ਮਿਲਣਗੇ, ਹੋ ਸਕਦਾ ਉਹ ਥੋੜ੍ਹਾ ਬਹੁਤਾ ਸੈਟਿੰਗ ਦੀ ਹੋਵੇ। ਸੋ ਅਸੀਂ ਕੀ ਕਰਨਾ, ਕਿਉਂਕਿ ਜਿਹੜੀ ਟੇਪਰ ਵਾ ਸਾਡੀ ਉਹ ਇੱਕ ਕੱਟ ਜਿੰਦੀ ਕੱਟੀ ਜਾ ਸਕਦੀ, ਸਾਨੂੰ ਬਾਰ-ਬਾਰ ਕੱਟ ਲਾਉਣੇ ਪੈਂਦੇ ਆ, ਸਾਨੂੰ ਦੁਬਾਰਾ ਕੱਟ ਲਾਉਣੇ ਪੈਂਦੇ ਆ। ਸੋ ਪਹਿਲਾਂ ਅਸੀਂ 1-2 ਕੱਟ ਲਾ ਕੇ ਅਸੀਂ ਉਸ ਦਾ ਟੇਪਰ ਦਾ ਐਂਗਲ ਦੇਖ ਲਵਾਂਗੇ ਕਿ ਕੀ ਸਾਨੂੰ ਜੋ ਪ੍ਰੋਪਰ ਡਿਗਰੀ ਚਾਹੀਦੀ ਸੀ ਉਹ ਸਾਡੀ ਬਣ ਗਈ ਆ। ਜੇ ਨਹੀਂ ਆ ਤਾਂ ਅਸੀਂ ਉਹਨੂੰ ਜਿਹੜਾ ਆ ਉਹ ਡਿਗਰੀ ਨੂੰ ਮੁੜ ਕੇ ਥੋੜ੍ਹਾ ਬਹੁਤਾ ਐਡਜਸਟ ਕਰ ਸਕਦੇ ਹਾਂ, ਸੈੱਟ ਕਰ ਸਕਦੇ ਹਾਂ। ਜਦੋਂ ਸਾਡੀ ਸੈਟਿੰਗ ਹੋ ਗਈ ਫਿਰ ਕੱਟ ਲਾ ਕੇ ਅਸੀਂ ਕੰਪਲੀਟ ਜੋਬ ਜਿਹੜੀ ਆ ਜੋ ਸਾਈਜ਼ ਆ ਉਹਦਾ ਬਣਾ ਦੇਣਾ। ਫਿਰ ਸਾਡੇ ਕੋਲ ਜੋਬ ਦਾ ਜਿਹੜਾ ਸਾਈਜ਼ ਆ ਉਹ ਜੋ ਉਹਦਾ ਡਿਗਰੀ ਹੈਗੀ ਸਹੀ ਆ ਜਾਣੀ। ਫਿਰ ਦੁਬਾਰਾ ਜਿੰਨੇ ਵੀ ਪੀਸ ਤੁਸੀਂ ਉਹਦੇ 'ਤੇ ਬੰਨੋਗੇ, ਉਹਦੀ ਲੰਬਾਈ ਚਾਹੇ ਕੋਈ ਵੀ ਹੋਵੇ, ਚਾਹੇ ਉਹਦੀ ਮੋਟਾਈ ਕਿੰਨੀ ਵੀ ਹੋਵੇ, ਉਹਦੀ ਜਿਹੜੀ ਡਿਗਰੀ ਆ ਉਹ ਜਿੰਨੀ ਤੁਸੀਂ ਬੰਨ ਦਿੱਤੀ ਆ 2 ਡਿਗਰੀ 17 ਮਿੰਟ, ਉਹ ਇੰਨੀ ਹੀ ਆਏਗੀ। ਸਾਰੀਆਂ ਜੋਬਾਂ ਦੀ ਇੱਕੋ ਜਿਹੀ ਉਹ ਡਿਗਰੀ ਘੱਟ ਸਕਦੇ ਆ, ਉਹ ਘੱਟ ਹੁੰਦੀ ਆ। ਸੋ ਇੱਕ ਤਰੀਕਾ ਜਿਹੜਾ ਹੋਰ ਵਾ ਅੱਜ ਕੱਲ੍ਹ, ਕਿਉਂਕਿ ਤੁਹਾਡੇ ਕੋਲ ਮੋਬਾਈਲ ਸਾਰਿਆਂ ਦੇ ਕੋਲ ਹੈਗੇ ਆ, ਸੋ ਉਹਦੇ ਵਿੱਚੋਂ ਆਪਾਂ ਕਿਵੇਂ ਚੈੱਕ ਕਰਦੇ ਆ ਕਿ ਟੈਨ ਦੀ ਵੈਲਿਊ, ਉਹਦੇ ਵਿੱਚ ਕੀ ਕਰਨਾ ਤੁਸੀਂ, ਉਹਦੇ ਵਿੱਚ ਜਿਹੜਾ ਤੁਹਾਡਾ ਕੈਲਕੂਲੇਟਰ ਵਾ ਉਹਦੇ 'ਚ ਤੁਸੀਂ ਟੈਨ -1 ਵਾਲੀ ਲੈ ਕੇ ਉਹਦੀ ਤੁਸੀਂ ਵੈਲਿਊ ਕੱਢਣੀ ਆ। ਟੈਨ -1 ਲਿਖ ਕੇ, ਕਿਉਂਕਿ ਅਸੀਂ ਇਹਦਾ ਉਲਟੀ ਵੈਲਿਊ ਕੱਢਣੀ ਆ। ਸੋ ਉਹਦੇ ਵਿੱਚ ਅਸੀਂ ਜਦੋਂ ਭਰਾਂਗੇ ਇਹ ਵੈਲਿਊ ਤਾਂ ਫਿਰ ਸਾਡੇ ਕੋਲ ਇਹ ਵੈਲਿਊ ਜਿਹੜੀ ਆ ਜਾਏਗੀ, ਉਹਦੇ 'ਚ ਨਿਕਲ ਆਏਗੀ, ਕੈਲਕੂਲੇਟਰ ਹੀ ਸਾਨੂੰ ਕੱਢ ਕੇ ਦੇ ਦੇਗਾ। ਸੋ ਇਸ ਤਰੀਕੇ ਦੇ ਨਾਲ ਅਸੀਂ ਕੈਲਕੂਲੇਟਰ ਦੇ ਵਿੱਚ ਵੀ ਜਿਹੜੀ ਆ ਇਹਨੂੰ ਕੱਢ ਸਕਦੇ ਹਾਂ ਕਿੰਨੇ ਡਿਗਰੀ ਕਿੰਨੇ ਮਿੰਟ ਬਣ ਗਿਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਆ ਤੁਹਾਡੀ ਜਿਹੜੀ ਹੈਗੀ ਆ ਕੈਲਕੂਲੇਸ਼ਨ ਉਹ ਨਿਕਲ ਆਏਗੀ, ਤੁਸੀਂ ਆਪਣੀ ਜਿਹੜੀ ਆ ਉਹ ਟੇਪਰ ਕੱਟ ਸਕਦੇ ਆ। ਹੁਣ ਅਗਰ ਇਹ ਵੀਡੀਓ ਅੱਛੀ ਲੱਗੀ ਆ ਤਾਂ ਇਹਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ। ਸੋ ਧੰਨਵਾਦ।